ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣੋ ਅਜਿਹਾ ਕੀ ਹੋਇਆ ਜਦੋਂ ਪੰਜਾਬ ਦਾ ਇੱਕ ਉੱਚ ਅਫਸਰ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਰੋਲਾ ਪਾਉਣ ਲੱਗ ਪਿਆ। ਕੀ ਵਾਹਿਗੁਰੂ ਕੁਝ ਨਹੀਂ ਹੁੰਦਾ? ਅਜਿਹਾ ਕੀ ਹੋਇਆ ਗੁਰਦੁਆਰੇ ਸਾਹਿਬ ਦੇ ਵਿੱਚ ਅਤੇ ਕਿਵੇਂ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਚਮਤਕਾਰ ਵਰਤਿਆ, ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ। ਸੰਤਾਂ ਮਹਾਪੁਰਸ਼ਾਂ ਦਾ ਇਸ ਜਗਤ ਦੇ ਵਿੱਚ ਖਾਸ ਮਹੱਤਵ ਮੰਨਿਆ ਗਿਆ ਹੈ। ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਕਿਉਂ ਨਾ ਹੋਣ, ਸੰਤ ਮਹਾਪੁਰਸ਼ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ। ਪਰਮੇਸ਼ਵਰ ਵਿੱਚ ਅਜਿਹਾ ਜੁੜਦੇ ਹਨ ਕਿ ਆਪਣੇ ਆਪ ਨੂੰ ਹੀ ਪਰਮੇਸ਼ਵਰ ਨਾਲ ਮਿਲਾ ਜਾਂਦੇ ਨੇ। ਸੰਤ ਮਹਾਪੁਰਸ਼ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਪਾ ਸਕਦਾ। ਜਿਵੇਂ ਇੱਕ ਨਦੀ ਵੀ ਇੱਕ ਦਿਨ ਸਮੁੰਦਰ ਦੇ ਵਿੱਚ ਡਿੱਗ ਕੇ ਸਮੁੰਦਰ ਹੀ ਹੋ ਜਾਂਦੀ ਹੈ, ਉਸ ਨਦੀ ਦਾ ਵੀ ਕੋਈ ਭੇਦ ਨਹੀਂ ਪਾ ਸਕਦਾ। ਉਵੇਂ ਹੀ ਸੰਤ ਮਹਾਪੁਰਸ਼ ਤੇ ਪਰਮਾਤਮਾ ਦਾ ਜੋ ਸੰਬੰਧ ਹੈ ਉਸ ਦਾ ਕੋਈ ਭੇਤ ਨਹੀਂ ਪਾ ਸਕਦਾ। ਸੰਤ ਬਾਬਾ ਈਸ਼ਵਰ ਸਿੰਘ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਸਤਿਕਾਰ ਤੇ ਪਿਆਰ ਦੇ ਨਾਲ ਯਾਦ ਕੀਤੇ ਜਾਂਦੇ ਨੇ। ਇੱਕ ਲਾਹੀ ਨੂਰ ਉਹਨਾਂ ਦੇ ਮੁਖ ਅਤੇ ਬਚਨਾਂ ਤੋਂ ਸਾਫ਼ ਦਿਖਾਈ ਦਿੰਦਾ ਹੈ। ਦੱਸਿਆ ਜਾਂਦਾ ਹੈ ਕਿ ਇੱਕ ਵਾਰ ਸੰਤ ਬਾਬਾ ਈਸ਼ਵਰ ਸਿੰਘ ਜੀ ਕਿਤੇ ਦੀਵਾਨ ਲਗਾਉਣਗੇ ਤੇ ਇੱਕ ਪੰਜਾਬ ਦਾ ਕਾਫੀ ਉੱਚ ਅਫਸਰ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਿਹਾ ਸੀ। ਹਰ ਇੱਕ ਬੰਦੇ ਨੂੰ ਇਹ ਹੁੰਦਾ ਹੈ ਕਿ ਮਾਈਕ ਦੇ ਵਿੱਚ ਸੰਤਾਂ ਸਾਹਮਣੇ ਉਸ ਦਾ ਨਾਮ ਬੋਲਿਆ ਜਾਵੇ, ਜੋ ਵੀ ਉਸਨੇ ਦਾਨ ਕੀਤਾ ਹੋਵੇ ਉਹ ਸਾਰਿਆਂ ਨੂੰ ਪਤਾ ਚੱਲੇ। ਇਹੋ ਜਿਹੀ ਕੁਝ ਭਾਵਨਾ ਉਸ ਅਫਸਰ ਦੇ ਮਨ ਦੇ ਵਿੱਚ ਸੀ ਕਿ ਉਹ ਇੱਕ ਉੱਚ ਅਫਸਰ ਹੈ, ਉਸ ਦਾ ਨਾਮ ਵੀ ਮਾਈਕ ਦੇ ਵਿੱਚ ਲਿਆ ਜਾਵੇ। ਪਰ ਸੰਤ ਬਾਬਾ ਈਸ਼ਵਰ ਸਿੰਘ ਜੀ ਕਿਸੇ ਦਾ ਵੀ ਨਾਮ ਨਹੀਂ ਲੈਂਦੇ ਸੀ, ਸਿਰਫ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਸੀ ਤੇ ਸੰਤਾਂ ਦੀ ਹਾਜ਼ਰੀ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਸੀ, ਪਰ ਕਿਸੇ ਦਾ ਨਾਮ ਨਹੀਂ ਲੈਂਦੇ ਸੀ। ਸੰਤਾਂ ਦੀ ਇਹ ਗੱਲ ਉਸ ਅਫਸਰ ਨੂੰ ਪਸੰਦ ਨਹੀਂ ਆਈ ਤੇ ਉਹ ਅਫਸਰ ਅੰਦਰੋਂ ਅੰਦਰ ਹੀ ਬਹੁਤ ਔਖਾ ਜਿਹਾ ਹੋ ਗਿਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹ ਕੁਝ ਬੰਦਿਆਂ ਨੂੰ ਇਕੱਠਾ ਕਰਕੇ ਖੜਾ ਹੋ ਗਿਆ। ਜਦੋਂ ਬਾਬਾ ਜੀ ਦੀਵਾਨਾਂ ਤੋਂ ਬਾਹਰ ਆਏ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਘੇਰ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ, ਬਾਬਾ ਜੀ ਤੁਸੀਂ 1.5 ਘੰਟੇ ਤੋਂ ਇੱਕੋ ਹੀ ਕਥਾ ਕਰੀ ਗਏ ਕਿ ਨਾਮ ਜਪ ਲੈ ਤੇ ਮੁਕਤੀ ਮਿਲ ਜੇਗੀ। ਨਾਮ ਜਪਣ ਦੇ ਨਾਲ ਰੱਬ ਮਿਲਦਾ ਹੈ। ਵਾਹਿਗੁਰੂ ਕਹਿਣ ਦੇ ਨਾਲ ਜਮਾਂ ਦੀ ਮਾਰ ਤੋਂ ਬਚਿਆ ਜਾਂਦਾ ਹੈ। ਵਾਹਿਗੁਰੂ ਕਹਿਣ ਨਾਲ ਨਰਕ ਤੋਂ ਵੀ ਬਚਿਆ ਜਾਂਦਾ ਹੈ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਲੋ ਮੈਂ ਕਹਿ ਲੈਣਾ ਹਾਂ ਵਾਹਿਗੁਰੂ ਵਾਹਿਗੁਰੂ, ਮੈਂ ਜਮਾਂ ਦੀ ਮਾਰ ਤੋਂ ਬਚ ਗਿਆ। ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਸਮਾਂ ਬਾਬਾ ਜੀ ਨੇ ਆਪਣੇ ਹਜ਼ੂਰੀਏ ਦੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ, ਬਿਨਾਂ ਕੁਝ ਕਹੇ ਉਥੋਂ ਚਲੇ ਗਏ। ਐਨੇ ਗੱਲਾਂ ਨੂੰ ਦੇਖ ਕੇ ਉਹ ਅਫਸਰ ਲੋਕਾਂ ਦੇ ਵਿੱਚ ਕਹਿਣ ਲੱਗਿਆ ਕਿ ਦੇਖਿਆ ਸੰਤਾਂ ਨੂੰ ਕਿਵੇਂ ਚੁੱਪ ਕਰਵਾ ਦਿੱਤਾ, ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆਇਆ। ਉਧਰ ਸੰਤ ਬਾਬਾ ਈਸ਼ਵਰ ਸਿੰਘ ਜੀ ਨੂੰ ਇੱਕ ਸੇਵਕ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਉਸ ਨੂੰ ਜਵਾਬ ਕਿਉਂ ਨਹੀਂ ਦਿੱਤਾ? ਸਟੇਜ ਦੇ ਉੱਪਰ ਤਾਂ ਤੁਸੀਂ ਕਈ ਤਰ੍ਹਾਂ ਦੇ ਤਰਕ ਪੇਸ਼ ਕਰਦੇ ਹੋ, ਇਸ ਨੂੰ ਵੀ ਕੁਝ ਗੱਲਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਸਮਝਾ ਦੇਣਾ ਸੀ। ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਭਗਤਾ ਸਾਨੂੰ ਕਿਸੇ ਇੱਕ ਬੰਦੇ ਨੂੰ ਸਮਝਾਉਣ ਦੀ ਆਗਿਆ ਨਹੀਂ, ਆਪਾਂ ਸਿਰਫ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਹੀ ਸਮਝਾ ਸਕਦੇ ਹਾਂ। ਜਿਹੜਾ ਬੰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਨਾ ਸਮਝਿਆ ਉਹ ਇਕੱਲੇ ਈਸ਼ਵਰ ਸਿੰਘ ਤੋਂ ਨਹੀਂ ਸਮਝ ਸਕਦਾ। ਸੋ ਇਸ ਕਰਕੇ ਮੈਂ ਕੁਝ ਨਹੀਂ ਕਿਹਾ ਤੇ ਸਮਾਂ ਲੰਘਿਆ। 11 ਸਾਲਾਂ ਬਾਅਦ ਇਸ ਕਹਾਣੀ ਨੇ ਨਵਾਂ ਮੋੜ ਲਿਆ ਜਦੋਂ ਉਹ ਅਫਸਰ ਹੋਰ ਵੀ ਵੱਡਾ ਬਣ ਚੁੱਕਿਆ ਸੀ ਤੇ ਉਸ ਦੇ ਰਿਟਾਇਰ ਹੋਣ ਦਾ ਸਮਾਂ ਆ ਚੁੱਕਿਆ ਸੀ। ਰਿਟਾਇਰ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਬ੍ਰੇਨ ਹੈਮਰੇਜ ਹੋ ਗਿਆ ਤੇ ਦਿਮਾਗ ਦੀ ਨਸ ਫਟ ਗਈ। ਉਸ ਦੀਆਂ ਲੱਤਾਂ ਬਾਹਾਂ ਚੱਲਣੀਆਂ ਬੰਦ ਹੋ ਗਈਆਂ ਤੇ ਉਹ ਕੋਮਾ ਦੇ ਵਿੱਚ ਚਲਾ ਗਿਆ ਤੇ ਉਹ ਇੱਕ ਜਿੰਦਾ ਲਾਸ਼ ਬਣ ਕੇ ਰਹਿ ਗਿਆ। 15-20 ਦਿਨ ਤੱਕ ਹਸਪੀਟਲ ਦੇ ਵਿੱਚ ਰਿਹਾ ਤੇ ਫਿਰ ਡਾਕਟਰਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਘਰ ਲੈ ਜਾਓ। ਜੇਕਰ ਹੋਸ਼ ਦੇ ਵਿੱਚ ਆਉਣਾ ਹੋਇਆ, ਕੋਮਾ ਤੋਂ ਬਾਹਰ ਆਉਣਾ ਹੋਇਆ ਤੇ 3-4 ਦਿਨਾਂ ਦੇ ਵਿੱਚ ਹੀ ਆ ਸਕਦਾ ਹੈ, ਨਹੀਂ ਤਾਂ 10-20 ਸਾਲ ਵੀ ਲੱਗ ਸਕਦੇ ਨੇ। ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਡਾਕਟਰਾਂ ਦੇ ਵੱਲੋਂ ਜਵਾਬ ਮਿਲ ਚੁੱਕਿਆ ਸੀ। ਇੱਕ ਦਿਨ ਉਸਦੇ ਦੋਸਤ ਉਸਦੀ ਖਬਰ ਲੈਣ ਵਾਸਤੇ ਆਇਆ। ਗੱਲਾਂ ਦੇ ਵਿੱਚ ਉਸਦੇ ਦੋਸਤ ਨੇ ਉਸਦੇ ਪਰਿਵਾਰ ਨੂੰ ਦੱਸਿਆ ਕਿ 10 ਸਾਲ ਪਹਿਲਾਂ ਸੰਤ ਬਾਬਾ ਈਸ਼ਵਰ ਸਿੰਘ ਜੀ ਨੂੰ ਇਸਨੇ ਇਹ ਸ਼ਬਦ ਕਹੇ ਸੀ, ਕਿਉਂਕਿ ਉਸ ਦਿਨ ਉਸਦਾ ਦੋਸਤ ਵੀ ਉੱਥੇ ਹੀ ਮੌਜੂਦ ਸੀ ਜਿਸ ਦਿਨ ਉਸ ਅਫਸਰ ਨੇ ਬਾਬਾ ਈਸ਼ਵਰ ਸਿੰਘ ਜੀ ਨੂੰ
ਨੂੰ ਇਹ ਗੱਲਾਂ ਕਹੀਆਂ ਸੀ। ਵਾਹਿਗੁਰੂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਉਸ ਬੰਦੇ ਨੇ ਕਿਹਾ ਕਿ ਤੁਸੀਂ ਇੱਕ ਵਾਰ ਬਾਬਾ ਈਸ਼ਵਰ ਸਿੰਘ ਜੀ ਦੇ ਕੋਲ ਲੈ ਕੇ ਜਾਓ। ਜਦੋਂ ਮੁਸੀਬਤ ਦੇ ਵਿੱਚ ਬੰਦਾ ਹੋਵੇ ਉਦੋਂ ਪਰਿਵਾਰ ਹਰ ਜਗ੍ਹਾ ਦੇ ਉੱਤੇ ਭੱਜਦਾ ਹੈ। ਉਸ ਬੰਦੇ ਦੇ ਕਹਿਣ ਤੇ ਉੱਤੇ ਉਹ ਪਰਿਵਾਰ ਈਸ਼ਵਰ ਜੀ ਕੋਲ ਪਹੁੰਚੇ ਅਤੇ ਬੇਨਤੀ ਕੀਤੀ ਕਿ ਕੁਝ ਸਾਲ ਪਹਿਲਾਂ ਇਸ ਬੰਦੇ ਨੇ ਸਮਾਗਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ ਅਤੇ ਹੁਣ ਇਹ ਕੋਮਾ ਦੇ ਵਿੱਚ ਜਾ ਚੁੱਕਿਆ ਹੈ। ਬਾਬਾ ਨੇ ਕਿਹਾ ਕਿ ਆਪਾਂ ਕਿਹੜਾ ਲੋਕਾਂ ਨੂੰ ਯਾਦ ਰੱਖਦੇ ਹਾਂ, ਕਿਸੇ ਨੇ ਕੁਝ ਵੀ ਕਿਹਾ ਹੋਵੇ ਪਰ ਸਾਨੂੰ ਯਾਦ ਨਹੀਂ, ਕਿਉਂਕਿ ਸੰਤਾਂ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਹੁੰਦਾ। ਬਾਬਾ ਜੀ ਨੇ ਕਿਹਾ ਕਿ ਹੁਣ ਤੁਸੀਂ ਗੁਰੂ ਨਾਨਕ ਦੇ ਘਰ ਆਏ ਹੋ, ਹੁਕਮ ਕਰੋ। ਤਾਂ ਪਰਿਵਾਰ ਨੇ ਕਿਹਾ ਕਿ ਬੇਨਤੀ ਹੈ ਇਸ ਦਾ ਭਲਾ ਕਰੋ। ਬਾਬਾ ਜੀ ਨੇ ਕਿਹਾ ਕਿ ਮੈਂ ਕੌਣ ਹੁੰਦਾ ਹਾਂ ਭਲਾ ਕਰਨ ਵਾਲਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਭਲੇ ਹੀ ਕਰਨਗੇ। ਬਾਬਾ ਜੀ ਨੇ ਆਪਣੇ ਹੱਥਾਂ ਦੇ ਵਿੱਚ ਉਹ ਸਿਮਰਨਾ ਉਤਾਰ ਕੇ ਪਰਿਵਾਰ ਨੂੰ ਦਿੱਤਾ ਤੇ ਕਿਹਾ ਕਿ ਇਸ ਦੇ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਪਰਿਵਾਰ ਵਾਪਿਸ ਘਰ ਆ ਗਿਆ। ਉਸ ਦੀ ਪਤਨੀ ਸਿਆਣੀ ਸੀ, ਉਸਨੇ 1 ਘੰਟਾ ਬੈਠ ਕੇ ਸਿਮਰਨ ਕੀਤਾ। ਫਿਰ ਉਸ ਦੀ ਜਗ੍ਹਾ ਦੇ ਉੱਤੇ ਉਸ ਦਾ ਪੁੱਤਰ ਬੈਠ ਗਿਆ ਤੇ ਫਿਰ ਵਾਰੋ ਵਾਰੀ ਉਸ ਦੀ ਲੜਕੀ ਸਿਮਰਨ ਦੇ ਉੱਤੇ ਬੈਠ ਗਈ। ਵਾਹਿਗੁਰੂ ਦਾ ਸਿਮਰਨ ਲਗਾਤਾਰ ਚੱਲਦਾ ਰਿਹਾ। ਉਸ ਵੇਲੇ ਬੜੀ ਅਨੋਖੀ ਗੱਲ ਹੋਈ। ਜਦੋਂ ਉਹ ਅਫਸਰ ਅੰਮ੍ਰਿਤ ਵੇਲੇ 2 ਵਜੇ ਕੋਮਾ ਦੇ ਵਿੱਚੋਂ ਬਾਹਰ ਆ ਗਿਆ। ਸਾਰਾ ਪਰਿਵਾਰ ਹੈਰਾਨ ਹੋ ਗਿਆ ਤੇ ਵਾਹਿਗੁਰੂ ਪਰਮਾਤਮਾ ਦੀ ਖੇਡ ਦੇਖੋ। ਜਦੋਂ ਉਹ ਕੋਮਾ ਦੇ ਵਿੱਚੋਂ ਬਾਹਰ ਆਇਆ ਤੇ ਸਭ ਤੋਂ ਪਹਿਲਾਂ ਉਸ ਦੇ ਮੁਖ ਦੇ ਉੱਤੇ ਵਾਹਿਗੁਰੂ ਹੀ ਨਿਕਲਿਆ। ਪਰਿਵਾਰ ਇੰਨੀ ਖੁਸ਼ੀ ਦੇ ਵਿੱਚ ਆ ਗਿਆ ਕਿ ਉਸ ਵੇਲੇ ਮਰੂਤੀ ਕਾਰ ਦੇ ਵਿੱਚ ਉਹ ਪਰਿਵਾਰ ਸੰਤ ਬਾਬਾ ਈਸ਼ਵਰ ਸਿੰਘ ਜੀ ਦੇ ਕੋਲ ਚਲਾ ਗਿਆ ਤੇ ਕਿਹਾ ਕਿ ਉਹ ਅਫਸਰ ਕੋਮਾ ਦੇ ਵਿੱਚੋਂ ਬਾਹਰ ਆ ਗਿਆ ਹੈ ਤੇ ਬੋਲਣ ਵੀ ਲੱਗ ਪਿਆ ਹੈ। ਬਾਬਾ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਅੱਗੇ ਅਰਦਾਸ ਕਰੋ, ਜਲਦੀ ਉਹ ਚੱਲਣ ਫਿਰਨ ਵੀ ਲੱਗ ਜਾਣਗੇ। ਤੁਸੀਂ ਸਿਮਰਨ ਜਾਰੀ ਰੱਖੋ। ਪਰਿਵਾਰ ਨੇ ਇਸੇ ਤਰ੍ਹਾਂ ਹੀ ਕੀਤਾ। ਦਿਨ ਦੇ ਵਿੱਚ ਹੀ ਉਹ ਅਫਸਰ ਚੱਲਣ ਫਿਰਨ ਲੱਗਿਆ ਤੇ ਅਗਲੇ 20 ਸਾਲ ਉਸਨੇ ਜੀਵਨ ਬਤੀਤ ਕੀਤਾ। ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਅਫਸਰ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਸਾਰਾ ਜੀਵਨ ਬਤੀਤ ਕੀਤਾ। ਤੇ ਇਹ ਉਹੀ ਅਫਸਰ ਹੈ ਜਿਹੜਾ ਕਹਿੰਦਾ ਸੀ ਕਿ ਵਾਹਿਗੁਰੂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ, ਨਰਕ ਸਵਰਗ ਇਸ ਦੁਨੀਆ ਦੇ ਵਿੱਚ ਹੀ ਹੈ। ਵਾਹਿਗੁਰੂ ਦਾ ਨਾਮ ਮਨ ਦੀ ਮੈਲ ਧੋਂਦਾ ਹੈ, ਆਤਮਿਕ ਜੀਵਨ ਨੂੰ ਸਾਫ਼ ਰੱਖਦਾ ਹੈ ਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਵਾਹਿਗੁਰੂ ਸਿਮਰਨ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ, ਕਿਉਂਕਿ ਜੇ ਬੰਦਾ ਵਾਹਿਗੁਰੂ ਸ਼ਬਦ ਨਾਲ ਜੁੜ ਗਿਆ ਜਮਾਂ ਦੀ ਮਾਰ ਦਾ, ਫਿਰ ਕੋਈ ਡਰ ਨਹੀਂ ਰਹਿੰਦਾ। ਵਾਹਿਗੁਰੂ ਸਿਮਰਨ ਬਿਨਾਂ ਕਿਸੇ ਤਰਕ ਤੋਂ ਜੀਵਨ ਦਾ ਆਧਾਰ ਬਣਾ ਕੇ ਇਸ ਮਨੁੱਖੀ ਜੀਵਨ ਨੂੰ ਸਫਲ ਕਰੋ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।